ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਦੀ ਵਿਚਾਰ ਕੁਝ ਦਿਨਾਂ ਤੋਂ ਚੱਲ ਰਹੀ ਹੈ ਅਤੇ ਜਿਵੇਂ ਕਿ ਅਸੀਂ ਸਭ ਨੇ ਮਿਲ ਕੇ ਪਿਛਲੀ ਪੌੜੀਆਂ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਿਆ ਕਿ ਸੁਣਨ ਨਾਲ ਕੀ ਕੁਝ ਪ੍ਰਾਪਤ ਹੁੰਦਾ ਹੈ, ਤਾਂ ਹੁਣ ਇਸ ਤੋਂ ਬਾਅਦ ਅਗਲੀ ਭਾਵ 12ਵੀਂ ਪੌੜੀ ਅੰਦਰ ਗੁਰੂ ਸਾਹਿਬ ਉਸ ਮਨ ਦੀ ਅਵਸਥਾ ਬਾਰੇ ਚਾਨਣਾ ਪਾ ਰਹੇ ਹਨ ਜਿਸ ਨੇ ਨਾਮ ਨੂੰ ਸੁਣ ਕੇ ਮੰਨਿਆ ਹੈ ਅਤੇ ਇਸ ਦੀ ਵਿਚਾਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਦੇ ਹਾਂ, ਜਿਸ ਦੀ ਪਹਿਲੀ ਪਾਵਨ ਤੋਂ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਮੰਨੇ ਕੀ ਗਤ ਕਹੀ ਨਾ ਜਾਏ। ਭਾਵ ਕਿ ਜਿਸ ਨੇ ਅਕਾਲ ਪੁਰਖ ਨੂੰ ਮੰਨ ਕਰਕੇ ਆਪਣਾ ਮੰਨ ਲਿਆ ਹੈ, ਜਿਸ ਨੇ ਮੰਨ ਹੀ ਲਿਆ ਹੈ ਕਿ ਉਹ ਹੈ, ਉਹੀ ਸਭ ਕੁਝ ਹੈ, ਉਸ ਦਾ ਹੀ ਦਿੱਤਾ ਖਾਂਦਾ ਹਾਂ ਪਾਂਦਾ ਹਾਂ, ਜਿਸ ਨੇ ਮੰਨ ਹੀ ਲਿਆ ਹੈ ਕਿ ਇਸ ਜਗਤ ਦਾ ਉਹੀ ਦਾਤਾ ਹੈ, ਜਿਸ ਦਾ ਪਿਆਰ ਅਕਾਲ ਪੁਰਖ ਨਾਲ ਪੈ ਗਿਆ ਹੈ, ਉਸ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ। ਗੁਰੂ ਪਿਆਰਿਓ, ਜਿਸ ਨੇ ਗੁਰੂ ਸ਼ਬਦ ਰਾਹੀਂ ਅਕਾਲ ਪੁਰਖ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਹੈ, ਉਸ ਦੇ ਗੁਣਾਂ ਨੂੰ ਅਪਣਾ ਲਿਆ ਹੈ, ਜਿਸ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਨੂੰ ਵਸਾ ਲਿਆ ਹੈ, ਉਸ ਦੀ ਗਤ ਭਾਵ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਉੱਚੀ ਹੋਣ ਦਾ ਭਾਵ ਕੋਈ ਉੱਚੀ ਤਖਤੀ ਜਾਂ ਕੋਈ ਉੱਚਾ ਅਹੁਦਾ ਨਹੀਂ, ਇਹ ਮਨ ਦੀ ਅਵਸਥਾ ਹੈ। ਭਾਵ ਮਨ ਵਿਕਾਰਾਂ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ, ਜਿਵੇਂ ਪਾਣੀ ਅੰਦਰ ਕਮਲ ਦਾ ਫੁੱਲ। ਜਿਵੇਂ ਪਰਮਾਤਮਾ ਸਭ ਵਿੱਚ ਹੁੰਦਾ ਹੋਇਆ ਸਭ ਤੋਂ ਵੱਖਰਾ ਹੈ, ਇੰਜ ਹੀ ਮਨ ਹੋ ਜਾਂਦਾ ਹੈ, ਇੰਜ ਹੀ ਮਨ ਮਾਇਆ ਤੋਂ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਤਾਂ ਇੰਜ ਸੁਣ ਕੇ ਮੰਨਣ ਵਾਲੇ ਦੀ ਜੋ ਅਵਸਥਾ ਹੈ, ਮਨ ਦੀ ਅਵਸਥਾ ਹੈ, ਬੜੀ ਉੱਚੀ ਹੋ ਜਾਂਦੀ ਹੈ, ਜਿਸ ਬਾਰੇ ਜੋ ਵੀ ਬੋਲਿਆ ਜਾਏ ਜਾਂ ਉਸ ਨੂੰ ਵੇਖ ਕੇ ਜੋ ਵੀ ਕਿਹਾ ਜਾਏ, ਉਸ ਦੀ ਸਿਫਤ ਕੀਤੀ ਜਾਏ, ਤਾਂ ਉਹ ਹਰ ਕਿਹਾ ਹੋਇਆ ਸ਼ਬਦ ਉਸ ਅੱਗੇ ਬਹੁਤ ਛੋਟਾ ਜਿਹਾ ਹੋ ਜਾਂਦਾ ਹੈ। ਗੁਰੂ ਪਿਆਰਿਓ, ਅਸੀਂ ਕਿਉਂ ਪੂਰਾ ਉਸ ਮਨ ਬਾਰੇ ਨਹੀਂ ਲਿਖ ਪਾਉਂਦੇ, ਕਿਉਂ ਉਸ ਬਾਰੇ ਪੂਰਾ ਨਹੀਂ ਸਮਝ ਪਾਉਂਦੇ ਜਿਸ ਨੇ ਉਸ ਨੂੰ ਮੰਨ ਲਿਆ ਹੈ? ਕਿਉਂਕਿ ਸਾਡੀ ਆਪਣੀ ਅਵਸਥਾ ਬੜੀ ਛੋਟੀ ਹੈ, ਉਸ ਦੇ ਬਰਾਬਰ ਨਹੀਂ ਹੁੰਦੀ। ਇਸ ਲਈ ਜੋ ਅਸੀਂ ਲਿਖਣਾ ਹੈ ਜਾਂ ਬੋਲਣਾ ਹੈ, ਉਹ ਸਿਰਫ ਸਾਡੀ ਸੋਚ ਸਮਝ ਮੁਤਾਬਕ ਹੋਏਗਾ। ਜਿਵੇਂ ਕਿ ਇਹ ਜੋ ਵਿਚਾਰ ਚੱਲ ਰਹੀ ਹੈ, ਇਹ ਜਪਜੀ ਸਾਹਿਬ ਦੀ ਚੱਲ ਰਹੀ ਹੈ। ਇਸ ਪਾਵਨ ਬਾਣੀ ਦੇ ਬੜੇ ਸਾਰੇ ਟੀਕੇ ਹੁਣ ਤੱਕ ਹੋ ਚੁੱਕੇ ਹਨ, ਜੋ ਜਿੰਨਾ ਕੁ ਡੂੰਘਾ ਗੁਰਬਾਣੀ ਅੰਦਰ ਗਿਆ ਹੈ ਉਨੀ ਕੁ ਵਿਚਾਰ ਉਹ ਕਰ ਪਾਇਆ ਹੈ, ਪਰ ਪੂਰੀ ਵਿਚਾਰ ਕਰ ਪਾਣਾ ਇਹ ਅਜੇ ਵੀ ਬੜਾ ਔਖਾ ਹੈ, ਕਿਉਂਕਿ ਗੁਰੂ ਸਾਹਿਬ ਨੇ ਜਿਸ ਅਵਸਥਾ ਅੰਦਰ ਜਾ ਕੇ ਬਾਣੀ ਲਿਖੀ, ਉਸ ਅਵਸਥਾ ਤੱਕ ਅਜੇ ਸਾਡੀ ਕੋਈ ਪਹੁੰਚ ਨਹੀਂ। ਇਸ ਲਈ ਜਿੰਨਾ ਵੀ ਲਿਖਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ ਜਾਂ ਵਿਚਾਰਦੇ ਹਾਂ, ਇਹ ਪੂਰਾ ਨਹੀਂ, ਸਿਰਫ ਅਜੇ ਉਨਾ ਹੀ ਲਿਖਿਆ ਹੈ ਜਿੰਨੀ ਕੋ ਗਹਿਰਾਈ ਅੰਦਰ ਮਨ ਗਿਆ ਹੈ। ਜਿਵੇਂ ਕੋਈ ਜ਼ਮੀਨ ਅੰਦਰ ਜਾਂ ਸਮੁੰਦਰ ਅੰਦਰ ਰਤਨ ਖੋਜਦਾ ਹੈ, ਇੰਜ ਹੀ ਮਨ ਗੁਰਬਾਣੀ ਨੂੰ ਖੋਜਦਾ ਹੈ। ਕੋਈ ਥੋੜਾ ਖੋਜਦਾ ਹੈ ਤਾਂ ਉੱਥੋਂ ਸੋਨੇ ਵਰਗੇ ਗੁਣ ਲੱਭ ਲਿਆਂਦਾ ਹੈ, ਕੋਈ ਹੋਰ ਥੋੜਾ ਡੂੰਘਾ ਜਾਂਦਾ ਹੈ ਤਾਂ ਹੀਰੇ ਲੱਭ ਲਿਆਂਦਾ ਹੈ, ਕੋਈ ਹੋਰ ਜ਼ਿਆਦਾ ਗੁਰੂ ਸਾਹਿਬ ਦੀ ਬਾਣੀ ਦੀ ਡੂੰਘਾਈ ਵਿੱਚ ਜਾਂਦਾ ਹੈ ਤਾਂ ਕੀਮਤੀ ਰਤਨ ਲੱਭ ਲਿਆਂਦਾ ਹੈ। ਪਰ ਜੋ ਬਹੁਤ ਜ਼ਿਆਦਾ ਗੁਰਬਾਣੀ ਨਾਲ ਇਕਮਿਕ ਹੋ ਜਾਂਦਾ, ਉਹ ਅਕਾਲ ਪੁਰਖ ਨੂੰ ਹੀ ਪਾਉਂਦਾ ਹੈ, ਜਿਸ ਨੂੰ ਪਾ ਲੈਣ ਵਿੱਚ ਹੀ ਸਭ ਕੁਝ ਆ ਜਾਂਦਾ ਹੈ। ਤਾਂ ਇੰਜ ਜੋ ਮਨ ਗੁਰੂ ਸਾਹਿਬ ਦੀ ਬਾਣੀ ਰਾਹੀਂ ਰੱਬੀ ਨਾਮ ਨੂੰ ਸੁਣ ਕੇ ਸਮਝ ਲੈਂਦਾ ਹੈ, ਮੰਨ ਲੈਂਦਾ ਹੈ, ਉਸ ਨੂੰ ਪਛਾਣ ਲੈਂਦਾ ਹੈ, ਉਸ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ, ਉਸ ਦੀ ਅਵਸਥਾ ਬਿਆਨ ਤੋਂ ਪਰੇ ਹੈ, ਭਾਵ ਬਹੁਤ ਉੱਚੀ ਹੈ। ਜੇ ਕੋਈ ਕਹਿਣਾ ਵੀ ਚਾਹੇ ਤਾਂ ਪੂਰੀ ਤਰ੍ਹਾਂ ਕਹਿ ਨਹੀਂ ਪਾਉਂਦਾ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਕਹੈ ਪਿਛੈ ਪਛੁਤਾਏ। ਭਾਵ ਜੇ ਕੋਈ ਮਨ ਇਹ ਦੱਸਣਾ ਵੀ ਚਾਹੇ ਕਿ ਉਹ ਕਿੰਨਾ ਮਹਾਨ ਹੈ ਜਾਂ ਕਿੰਨੀ ਉੱਚੀ ਉਸ ਦੀ ਅਵਸਥਾ ਹੈ, ਤਾਂ ਉਹ ਕਹਿ ਨਹੀਂ ਸਕਦਾ। ਜੇ ਕਹਿ ਵੀ ਦੇਵੇ ਤਾਂ ਬਾਅਦ ਵਿੱਚ ਬਹੁਤ ਪਛਤਾਉਂਦਾ ਹੈ ਕਿ ਮੈਂ ਜੋ ਕਿਹਾ ਉਹ ਬਹੁਤ ਥੋੜਾ। ਜਿਵੇਂ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕਿੰਨੇ ਸਾਰੇ ਲੋਕਾਂ ਨੇ ਕਿਤਾਬਾਂ ਲਿਖੀਆਂ ਹਨ, ਕਿੰਨੇ ਹੀ ਵਿਚਾਰਕਾਂ ਨੇ ਸਿਫਤਾਂ ਕੀਤੀਆਂ ਹਨ, ਕਿੰਨੀਆਂ ਹੀ ਖੋਜਾਂ ਹੋਈਆਂ ਹਨ, ਪਰ ਜਿੰਨੀਆਂ ਵੀ ਖੋਜਾਂ ਹੋਈਆਂ, ਵਿਚਾਰਾਂ ਹੋਈਆਂ, ਉਹਨਾਂ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਹੁਣ ਗੁਰੂ ਸਾਹਿਬ ਬਾਰੇ ਪੂਰਾ ਕਹਿ ਦਿੱਤਾ ਗਿਆ ਹੈ, ਹੁਣ ਕੁਝ ਵਿਚਾਰਨ ਦੀ ਲੋੜ ਨਹੀਂ ਹੈ। ਨਹੀਂ, ਇੰਜ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਜੇ ਇਵੇਂ ਹੁੰਦਾ ਤਾਂ ਹੁਣ ਕੋਈ ਗੁਰੂ ਸਾਹਿਬ ਬਾਰੇ ਕਿਤਾਬ ਜਾਂ ਬੋਲ ਨਾ ਬੋਲ ਪਾਉਂਦਾ। ਪਰ ਗੁਰੂ ਸਾਹਿਬ ਦੀ ਅਵਸਥਾ ਇੰਨੀ ਉੱਚੀ ਹੈ ਕਿ ਉਹਨਾਂ ਬਾਰੇ ਅਜੇ ਵੀ ਪੂਰਾ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਦੱਸ ਉਹੀ ਸਕਦਾ ਹੈ ਜੋ ਇਸ ਅਵਸਥਾ ਤੱਕ ਪੁੱਜਿਆ ਹੋਵੇ। ਇੰਜ ਹੀ ਜੋ ਮਨ ਅਕਾਲ ਪੁਰਖ ਦੇ ਨਾਮ ਨਾਲ ਰੰਗਿਆ ਗਿਆ ਹੈ, ਜੋ ਰੱਬੀ ਗੁਨਾਹ ਨੂੰ ਜੀਣ ਲੱਗ ਪਿਆ ਹੈ, ਜਿਸ ਦੀ ਜ਼ਿੰਦਗੀ ਉਸ ਦੇ ਹੁਕਮ ਅਨੁਸਾਰ ਚੱਲਦੀ ਹੈ, ਉਸ ਮਹਾਨ ਆਤਮਾ ਬਾਰੇ ਜੇ ਸਿਫਤ ਕਰਨੀ ਹੋਏ ਤਾਂ ਸ਼ਬਦ ਥੁੜ ਜਾਂਦੇ ਨੇ, ਜੇ ਵਿਚਾਰ ਕਰਨੀ ਹੋਏ ਤਾਂ ਵਿਚਾਰਾਂ ਮੁੱਕ ਜਾਂਦੀਆਂ ਨੇ, ਜੇ ਕੁਝ ਕਹਿਣਾ ਹੋਏ ਤਾਂ ਬੋਲ ਮੁੱਕ ਜਾਂਦੇ ਨੇ, ਕਿਉਂਕਿ ਉਹ ਆਪ ਉਸ ਦੇ ਰੰਗ ਵਿੱਚ ਰੰਗਿਆ ਹੈ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋਈ ਉਸ ਮਨ ਬਾਰੇ, ਜਿਸ ਨੇ ਨਾਮ ਨੂੰ ਸਭ ਕੁਝ ਮੰਨ ਲਿਆ ਹੈ, ਜਿਸ ਨੇ ਪਰਮਾਤਮਾ ਨੂੰ ਸਭ ਕੁਝ ਮੰਨ ਲਿਆ ਹੈ, ਉਸ ਬਾਰੇ ਕਹਿਣਾ ਵੀ ਕੋਈ ਚਾਹੇ ਤਾਂ ਕਹਿ ਨਹੀਂ ਸਕਦਾ। ਜੇ ਕਹਿ ਵੀ ਦਵੇ ਤਾਂ ਬਾਅਦ ਵਿੱਚ ਪਛਤਾਉਂਦਾ ਹੈ ਕਿ ਮੈਂ ਉਨਾ ਨਹੀਂ ਅਜੇ ਜਾਣ ਸਕਿਆ ਜਿੰਨੀ ਉਸ ਦੀ ਅਵਸਥਾ ਹੈ।
ਇੰਨਾ ਹੀ ਨਹੀਂ, ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਾਗਦ ਕਲਮ ਨਾ ਲਿਖਣ ਹਾਰ। ਭਾਵ ਕਿ ਸਿਰਫ ਬੋਲ ਬੋਲ ਕੇ ਵਿਚਾਰ ਕਰਨ ਵਾਲੇ ਵਿਚਾਰਵਾਨ ਹੀ ਨਹੀਂ, ਬਲਕਿ ਜੋ ਲਿਖਣ ਵਾਲੇ ਲਿਖਾਰੀ ਹਨ ਉਹ ਵੀ ਇਸ ਅਵਸਥਾ ਬਾਰੇ ਪੂਰਾ ਨਹੀਂ ਲਿਖ ਪਾਉਂਦੇ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਮ ਵਿੱਚ ਭਤੀਜੇ ਹੋਏ ਮਨ ਦੀ ਅਵਸਥਾ ਨੂੰ ਕਿਸੇ ਕਾਗਜ਼ ਉੱਤੇ ਕਲਮ ਨਾਲ ਲਿਖਣਾ ਵੀ ਚਾਹੇ ਤਾਂ ਲਿਖ ਨਹੀਂ ਪਾਉਂਦਾ। ਗੁਰੂ ਪਿਆਰਿਓ, ਜੇ ਲਿਖਿਆ ਨਹੀਂ ਨਾ ਜਾ ਸਕਦਾ, ਇਸ ਦਾ ਭਾਵ ਇਹ ਨਹੀਂ ਹੁੰਦਾ ਕਿ ਜੇ ਲਿਖਿਆ ਨਹੀਂ ਜਾ ਸਕਦਾ ਤੇ ਲਿਖਣਾ ਨਹੀਂ ਹੈ, ਬੋਲਣਾ ਨਹੀਂ ਹੈ। ਇਸ ਨੂੰ ਥੋੜਾ ਇਸ ਤਰੀਕੇ ਨਾਲ ਸਮਝਦੇ ਹਾਂ, ਜਿਵੇਂ ਸਾਨੂੰ ਕੋਈ ਚੀਜ਼ ਬੜੀ ਪਿਆਰੀ ਲੱਗਦੀ ਹੈ ਤਾਂ ਉਸ ਬਾਰੇ ਜਦ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦੇ ਹਾਂ ਤਾਂ ਇੰਜ ਦੱਸਦੇ ਹਾਂ ਕਿ ਭਾਈ ਇਹ ਜਿਹੜੀ ਚੀਜ਼ ਹੈ ਨਾ, ਇਹ ਜੇ ਮੈਂ ਤੁਹਾਨੂੰ ਦੱਸਣਾ ਵੀ ਚਾਹਾਂ ਕਿ ਮੈਨੂੰ ਕਿੰਨੀ ਪਿਆਰੀ ਹੈ ਤਾਂ ਮੈਂ ਸ਼ਬਦਾਂ ਰਾਹੀਂ ਦੱਸ ਨਹੀਂ ਸਕਦਾ, ਕਹਿਣਾ ਵੀ ਚਾਹਾਂ ਤਾਂ ਬੋਲ ਕੇ ਦੱਸ ਨਹੀਂ ਸਕਦਾ। ਉਹ ਸ਼ਬਦ ਹੀ ਨਹੀਂ ਹਨ ਕਿ ਮੈਨੂੰ ਇਹ ਚੀਜ਼, ਇਹ ਸ਼ੈ ਕਿੰਨੀ ਜ਼ਿਆਦਾ ਪਿਆਰੀ ਹੈ। ਇੰਜ ਹੀ ਉੱਚੀ ਆਤਮਿਕ ਅਵਸਥਾ ਵਾਲੇ ਮਨ ਬਾਰੇ ਇਸ ਕਰਕੇ ਲਿਖਿਆ ਜਾਂ ਬੋਲਿਆ ਨਹੀਂ ਜਾ ਸਕਦਾ, ਕਿਉਂਕਿ ਉਹ ਬਹੁਤ ਹੀ ਉੱਚੀ ਅਵਸਥਾ ਹੈ। ਉਸ ਦੇ ਬਰਾਬਰ ਦੀ ਕੋਈ ਹੋਰ ਅਵਸਥਾ ਨਹੀਂ। ਬੜੀ ਹੀ ਪਿਆਰੀ ਇਹ ਅਵਸਥਾ ਹੈ, ਬਹੁਤ ਆਨੰਦ ਵਾਲੀ ਹੈ, ਬੇਅੰਤ ਗੁਣਾ ਵਾਲੀ ਹੈ। ਜਿੰਨੇ ਵੀ ਸ਼ਬਦ ਕਹੀਏ ਘੱਟ ਹਨ। ਜਿਵੇਂ ਅਕਾਲ ਪੁਰਖ ਬਾਰੇ ਗੁਰਬਾਣੀ ਅੰਦਰ ਦਰਜ ਹੈ ਕਿ ਜੇ ਸਾਰੇ ਸਮੁੰਦਰਾਂ ਦੀ ਸਿਆਹੀ ਲਿਆ ਕੇ ਧਰਤੀ ਨੂੰ ਕਾਗਜ਼ ਬਣਾ ਕੇ ਸਾਰੇ ਰੁੱਖਾਂ ਨੂੰ ਕਲਮ ਬਣਾ ਕੇ ਵੀ ਜੇ ਉਸ ਦੀ ਸਿਫਤ ਲਿਖੀ ਜਾਏ, ਪਰਮਾਤਮਾ ਦੀ ਅਕਾਲ ਪੁਰਖ ਦੀ ਸਿਫਤ ਲਿਖੀ ਜਾਏ ਤਾਂ ਫਿਰ ਵੀ ਲਿਖੀ ਨਹੀਂ ਜਾ ਸਕਦੀ, ਕਿਉਂਕਿ ਉਸ ਦੇ ਬਰਾਬਰ ਦਾ ਕੋਈ ਐਸਾ ਮਹਾਨ ਹੈ ਅਕਾਲ ਪੁਰਖ ਨਿਰੰਕਾਰ। ਅਤੇ ਜੋ ਉਸ ਦੇ ਨਾਲ ਰੰਗਿਆ ਗਿਆ ਹੈ, ਜਿਸ ਨੇ ਉਸ ਨੂੰ ਆਪਣੇ ਮਨ ਅੰਦਰ ਵਸਾ ਲਿਆ ਹੈ, ਉਹ ਵੀ ਬਹੁਤ ਮਹਾਨ ਹੋ ਜਾਂਦਾ ਹੈ, ਉੱਚਾ ਹੋ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਮ ਵਿੱਚ ਭਤੀਜੇ ਹੋਏ ਦੀ ਆਤਮਿਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੰਨੇ ਕਾ ਬਹਿ ਕਰਨ ਵਿਚਾਰ। ਗੁਰੂ ਸਾਹਿਬ ਨੇ ਪਹਿਲਾਂ ਬੋਲ ਕੇ ਵਿਚਾਰ ਕਰਨ ਵਾਲਿਆਂ ਬਾਰੇ ਫਰਮਾਇਆ, ਉਸ ਤੋਂ ਬਾਅਦ ਜੋ ਲਿਖਦੇ ਹਨ ਉਹਨਾਂ ਬਾਰੇ ਫਰਮਾਇਆ ਕਿ ਉਹਨਾਂ ਨੇ ਵੀ ਬੜਾ ਲਿਖ ਕੇ ਵਿਚਾਰ ਕੀਤੀ। ਅਤੇ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਵਿਚਾਰਵਾਨ ਸੰਗਤੀ ਰੂਪ ਵਿੱਚ ਬੈਠ ਕੇ ਵਿਚਾਰ ਕਰਦੇ ਹਨ, ਉਹ ਭਾਵੇਂ ਬਹੁਤ ਸਾਰੇ ਵਿਦਵਾਨ ਰਲ ਕੇ ਬੈਠ ਜਾਣ ਅਤੇ ਉਸ ਦੀ ਆਤਮਿਕ ਅਵਸਥਾ ਦਾ ਅੰਦਾਜ਼ਾ ਲਾਉਣ ਬਾਬਤ ਵਿਚਾਰਾਂ ਕਰਨ, ਪਰ ਫਿਰ ਵੀ ਉਹਨਾਂ ਕੋਲ ਉਹ ਸਮਰੱਥਾ ਨਹੀਂ, ਉਹ ਅਵਸਥਾ ਨਹੀਂ ਜਿਸ ਨਾਲ ਉਸ ਮਨ ਤੱਕ ਅੱਪੜ ਸਕਣ ਜਿੱਥੇ ਨਾਮ ਨੂੰ ਮੰਨਣ ਵਾਲਾ ਮਨ ਅੱਪੜਿਆ ਹੋਇਆ ਹੈ। ਗੁਰੂ ਪਿਆਰੋ, ਸੱਚਾ ਵਿਚਾਰਕ ਵੀ ਉਹੀ ਹੁੰਦਾ ਹੈ ਜੋ ਇਹ ਗੱਲ ਮੰਨ ਲਏ ਕਿ ਮੈਂ ਜਾਣਿਆ ਤਾਂ ਹੈ ਪਰ ਅਜੇ ਬਹੁਤ ਜਾਣਨਾ ਬਾਕੀ ਹੈ, ਅਜੇ ਖੋਜਿਆ ਤਾਂ ਹੈ ਪਰ ਅਜੇ ਬਹੁਤ ਖੋਜਣਾ ਬਾਕੀ ਹੈ। ਅਤੇ ਖੋਜਣਾ ਬੁੱਝਣਾ ਇਹ ਸਭ ਤੋਂ ਜ਼ਰੂਰੀ ਹੈ। ਜਿਵੇਂ ਪਿਛਲੇ ਦਿਨੀ ਵਿਗਿਆਨੀਆਂ ਨੇ ਜੇਮਸ ਵੈਬ ਰਾਹੀਂ ਬਹੁਤ ਸਾਰੇ ਬ੍ਰਹਿਮੰਡਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਜਗਤ ਅੰਦਰ ਕਈ ਹਜ਼ਾਰ ਬ੍ਰਹਿਮੰਡ ਹਨ, ਪਰ ਨਾਲ ਹੀ ਦੱਸਿਆ ਕਿ ਇੰਨੇ ਸਾਰੇ ਬ੍ਰਹਿਮੰਡਾਂ ਨੂੰ ਜੋ ਅਸੀਂ ਦੇਖ ਰਹੇ ਹਾਂ, ਇਸ ਨੂੰ ਜਗਤ ਨਾ ਸਮਝ ਲੈਣਾ, ਪੂਰਾ ਜਗਤ ਨਾ ਸਮਝ ਲੈਣਾ। ਜੇ ਅਸੀਂ ਪੂਰੇ ਜਗਤ ਨੂੰ ਮਿਲਾ ਕੇ ਇਸ ਤਸਵੀਰ ਨੂੰ ਦੇਖੀਏ ਤਾਂ ਇਹ ਸਾਰੇ ਬ੍ਰਹਿਮੰਡ ਜੋ ਹੁਣ ਦਿਖ ਰਹੇ ਹਨ, ਇਹ ਰੇਤ ਦੇ ਇੱਕ ਕਣ ਜਿੰਨੇ ਹਨ। ਭਾਵ ਜਿੰਨੇ ਤਾਰੇ ਅਸੀਂ ਦੇਖਦੇ ਹਾਂ, ਇਸ ਤੋਂ ਕਈ ਕਰੋੜ ਤਾਰੇ ਹੋਰ ਵੀ ਹਨ ਜੋ ਸਾਡੇ ਤੋਂ ਬਹੁਤ ਦੂਰ ਹਨ। ਪਰ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਜੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ ਤਾਂ ਖੋਜ ਬੰਦ ਕਰ ਦਿੱਤੀ ਜਾਏ। ਨਹੀਂ, ਇਨਸਾਨ ਜਿੰਨਾ ਖੋਜਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਜਦੋਂ ਉਸ ਨੂੰ ਹੋਰ ਖੋਜਦਾ ਹੈ ਤਾਂ ਹੋਰ ਬਹੁਤ ਕੁਝ ਸਿੱਖਦਾ ਹੈ। ਇੰਝ ਹੀ ਜਦ ਅਸੀਂ ਗੁਰਬਾਣੀ ਨੂੰ ਖੋਜਦੇ ਹਾਂ ਤਾਂ ਬਹੁਤ ਕੁਝ ਪਾਉਂਦੇ ਹਾਂ, ਜਦੋਂ ਹੋਰ ਖੋਜਦੇ ਹਾਂ ਤਾਂ ਹੋਰ ਬਹੁਤ ਸਾਰੇ ਗੁਣ ਪਦਾਰਥ ਪਾਉਂਦੇ ਹਾਂ। ਤਾਂ ਗੁਰੂ ਪਾਤਸ਼ਾਹ ਇਸ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਵਿਚਾਰ ਤਾਂ ਕਰਨੀ ਹੈ, ਪਰ ਜੋ ਵਿਚਾਰਵਾਨ ਕਹੇ ਕਿ ਮੈਂ ਅਕਾਲ ਪੁਰਖ ਬਾਰੇ ਜਾਂ ਉਸ ਦੇ ਸੇਵਕ ਬਾਰੇ ਜਾਂ ਉਸ ਅਵਸਥਾ ਬਾਰੇ ਪੂਰਾ ਜਾਣ ਲਿਆ ਹੈ, ਤਾਂ ਇਹ ਸੱਚ ਨਹੀਂ ਹੈ। ਉਸ ਬਾਰੇ ਪੂਰਾ ਉਹੀ ਜਾਣ ਸਕਦਾ ਹੈ ਜੋ ਉਸ ਜਿੰਨਾ ਉੱਚਾ ਹੋਵੇ। ਇਸ ਲਈ ਖੋਜ ਤਾਂ ਕਰਨੀ ਹੈ, ਲਿਖਣਾ ਹੈ, ਵਿਚਾਰਨਾ ਹੈ, ਤਾਂ ਕਿ ਅਸੀਂ ਵੀ ਉਸ ਅਵਸਥਾ ਤੱਕ ਪਹੁੰਚ ਸਕੀਏ, ਅਸੀਂ ਵੀ ਉਸ ਬਾਰੇ ਉਨਾ ਜਾਣ ਸਕੀਏ, ਅਸੀਂ ਵੀ ਉਸ ਬਾਰੇ ਉਨਾ ਆਨੰਦ ਲੈ ਸਕੀਏ। ਇਸ ਲਈ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਉਪਦੇਸ਼ ਕਰਦੇ ਹਨ ਕਿ ਭਾਵੇਂ ਬਹੁਤ ਸਾਰੇ ਵਿਦਵਾਨ ਰਲ ਕੇ ਬੈਠਣ, ਪਰ ਫਿਰ ਵੀ ਪੂਰੀ ਤਰ੍ਹਾਂ ਨਾਲ ਉਸ ਮਨ ਦੀ ਅਵਸਥਾ ਨੂੰ ਵਿਚਾਰ ਨਹੀਂ ਪਾਉਂਦੇ ਜੋ ਰੱਬ ਨਾਲ ਜੁੜਿਆ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐਸਾ ਨਾਮ ਨਿਰੰਜਨ ਹੋਏ। ਭਾਵ ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ ਤੇ ਨਿਰੰਜਨ ਹੈ। ਨਿਰੰਜਨ ਭਾਵ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਇਸ ਨਾਮ ਨਾਲ ਜੁੜਨ ਵਾਲਾ ਮਨ ਵੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਜਾਂਦਾ ਹੈ, ਜਿਸ ਕਾਰਨ ਮਨ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਜੇ ਕੋਈ ਕਹਿਣਾ ਵੀ ਚਾਹੇ, ਲਿਖਣਾ ਵੀ ਚਾਹੇ, ਵਿਚਾਰਨਾ ਵੀ ਚਾਹੇ ਤਾਂ ਉਹ ਉਸ ਅਵਸਥਾ ਬਾਰੇ ਨਹੀਂ ਲਿਖ ਪਾਉਂਦਾ ਜਿੱਥੇ ਮਨ ਪਹੁੰਚ ਚੁੱਕਿਆ ਹੈ।
ਉਹ ਮਨ ਪਰਮਾਤਮਾ ਨਾਲ ਇੱਕ ਹੋ ਚੁੱਕਿਆ ਹੈ। ਜਿਵੇਂ ਪਰਮਾਤਮਾ ਬੜਾ ਉੱਚਾ ਹੈ, ਇੰਜ ਹੀ ਮਨ ਦੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਇਸ ਕਰਕੇ ਜੋ ਵੀ ਉਸ ਬਾਰੇ ਲਿਖਿਆ ਜਾਂਦਾ ਹੈ ਉਹ ਬੜਾ ਥੋੜਾ ਹੁੰਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲਿਖਣਾ ਨਹੀਂ ਹੈ, ਲਿਖਣਾ ਹੈ, ਵਿਚਾਰਨਾ ਹੈ, ਖੋਜਣਾ ਹੈ, ਤਾਂ ਜੋ ਅਸੀਂ ਵੀ ਉਸ ਤੱਕ ਹੌਲੀ ਹੌਲੀ ਪਹੁੰਚ ਸਕੀਏ। ਕੀ ਇਸ ਅਵਸਥਾ ਬਾਰੇ ਕੋਈ ਲਿਖ ਸਕਦਾ ਹੈ ਜਾਂ ਕਹਿ ਸਕਦਾ ਹੈ? ਇਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਮਨ ਜਾਣੈ ਮਨ ਕੋਇ, ਭਾਵ ਕਿ ਇਹ ਭਾਈ ਰੱਬ ਦਾ ਹੁਕਮ ਨਾਮ ਇਹੋ ਜਿਹਾ ਉੱਚਾ ਸੁੱਚਾ ਤੇ ਨਿਰਲੇਪ ਹੈ ਕਿ ਜੇ ਇਸ ਨੂੰ ਕੋਈ ਮੰਨ ਲਵੇ, ਭਾਵ ਆਪਣੀ ਸੋਚ ਮੰਡਲ ਵਿੱਚ ਵਸਾ ਲਵੇ, ਤਾਂ ਨਾਮ ਵਿੱਚ ਜੁੜਨ ਵਾਲੇ ਮਨ ਦੀ ਅਵਸਥਾ ਉੱਚੀ ਹੋ ਜਾਂਦੀ ਹੈ। ਨਾਮ, ਪਰਮਾਤਮਾ, ਅਕਾਲ ਪੁਰਖ, ਉਸ ਦਾ ਹੁਕਮ ਜੋ ਕਿ ਬਹੁਤ ਹੀ ਉੱਚਾ ਤੇ ਸੁੱਚਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜੋ ਮਨ ਇਸ ਨਾਲ ਜੁੜਿਆ ਹੈ ਉਹ ਵੀ ਬੜਾ ਮਹਾਨ ਹੋ ਜਾਂਦਾ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਜਾਂਦਾ ਹੈ। ਅਤੇ ਗੁਰੂ ਪਿਆਰੋ, ਜੇ ਅਸੀਂ ਵੀ ਇਸ ਅਵਸਥਾ ਤੱਕ ਜਾਣਾ ਹੈ, ਜੇ ਅਸੀਂ ਵੀ ਮਾਇਆ ਦੇ ਪ੍ਰਭਾਵ ਤੋਂ ਦੂਰ ਹੋਣਾ ਹੈ, ਤਾਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ ਹੋਏਗਾ। ਗੁਰੂ ਸਾਹਿਬ ਦੀ ਬਾਣੀ ਹੀ ਨਾਮ ਹੈ। ਇਸ ਅੰਦਰ ਹੀ ਰੱਬ ਦੀ ਸਮਝ ਆਉਂਦੀ ਹੈ। ਇਸ ਅੰਦਰ ਹੀ ਪਤਾ ਲੱਗਦਾ ਹੈ ਕਿ ਉਹ ਹਰ ਪਾਸੇ ਵਸਿਆ ਹੋਇਆ ਹੈ। ਇਸ ਅੰਦਰ ਹੀ ਰੱਬੀ ਨਾਮ ਤੇ ਗੁਰਾਂ ਦੇ ਖਜ਼ਾਨੇ ਹਨ। ਜਦੋਂ ਮਨ ਗੁਰੂ ਸਾਹਿਬ ਦੇ ਸ਼ਬਦਾਂ ਅੰਦਰ ਚਿੱਤ ਜੋੜਦਾ ਹੈ ਤਾਂ ਮਨ ਇਸ ਅੰਦਰੋਂ ਰਸ ਪੀਂਦਾ ਹੈ। ਅਤੇ ਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਹੋਇਆ ਜਦ ਮਨ ਨਾਮ ਨੂੰ ਮੰਨਣ ਲੱਗ ਜਾਂਦਾ ਹੈ, ਇੱਕ ਇੱਕ ਸ਼ਬਦ ਨੂੰ ਮਨ ਕਰਕੇ ਮੰਨ ਲਵੇ, ਤਾਂ ਮਨ ਅੰਦਰੋਂ ਵਿਕਾਰ ਭਾਵ ਮਾਇਆ ਆਪਣੇ ਆਪ ਦੂਰ ਹੋ ਜਾਂਦੀ ਹੈ। ਕਿਉਂਕਿ ਜਿੱਥੇ ਰੱਬ ਦਾ ਨਾਮ ਆ ਵਸੇ, ਜਿੱਥੇ ਪਰਮਾਤਮਾ ਦੀ ਸਮਝ ਆ ਜਾਏ, ਜਿੱਥੇ ਉਸ ਦੇ ਗੁਣ ਆ ਜਾਣ, ਉਸ ਦੀ ਸਿੱਖਿਆ ਆ ਜਾਏ, ਫਿਰ ਉੱਥੇ ਵਿਕਾਰ ਰਹਿ ਹੀ ਨਹੀਂ ਜਾਂਦੇ, ਉਹ ਆਪਣੇ ਆਪ ਚਲੇ ਜਾਂਦੇ ਹਨ। ਇਸ ਲਈ ਨਾਮ ਵਾਲੇ ਬਣਨ ਲਈ, ਰੱਬ ਵਾਲੇ ਬਣਨ ਲਈ ਨਾਮ ਅੰਦਰ ਮਨ ਲਾਣਾ ਪੈਂਦਾ ਹੈ। ਜੋ ਇਸ ਅਵਸਥਾ ਤੱਕ ਪਹੁੰਚਦਾ ਹੈ ਉਹੀ ਜਾਣ ਪਾਉਂਦਾ ਹੈ ਕਿ ਉਸ ਮਨ ਦੀ ਗਤ ਕੀ ਹੈ, ਅਵਸਥਾ ਕੀ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਰੱਬ ਦਾ ਹੁਕਮ ਨਾਮ ਇਹੋ ਜਿਹਾ ਉੱਚਾ ਸੁੱਚਾ ਤੇ ਨਿਰਲੇਪ ਹੈ ਕਿ ਜੇ ਕੋਈ ਇਸ ਨੂੰ ਮੰਨ ਲਵੇ, ਭਾਵ ਆਪਣੀ ਸੋਚ ਮੰਡਲ ਵਿੱਚ ਵਸਾ ਲਵੇ, ਤਾਂ ਹੀ ਉਸ ਨੂੰ ਮਨ ਵਿੱਚ ਇਸ ਦੀ ਸਮਝ ਪੈ ਸਕਦੀ ਹੈ, ਉਹ ਇਸ ਆਤਮਿਕ ਅਵਸਥਾ ਤੱਕ ਪਹੁੰਚ ਸਕਦਾ ਹੈ। ਤਾਂ ਗੁਰੂ ਪਿਆਰੋ, ਇਹ ਸੀ 12ਵੀਂ ਪੌੜੀ, ਜਿਸ ਅੰਦਰ ਉਸ ਮਨ ਦੀ ਅਵਸਥਾ ਬਾਰੇ ਗੁਰੂ ਸਾਹਿਬ ਨੇ ਸਮਝਾਇਆ ਜੋ ਅਕਾਲ ਪੁਰਖ ਨਾਲ ਇੱਕ ਹੋ ਚੁੱਕੀ ਹੈ, ਜਿਸ ਨੇ ਉਸ ਬਾਰੇ ਸੁਣਿਆ ਤੇ ਸੁਣ ਕੇ ਉਸ ਨੂੰ ਮੰਨਿਆ ਹੈ। ਜੋ ਰੱਬੀ ਨਾਮ ਨਾਲ ਜੁੜਿਆ ਹੋਇਆ ਮਨ ਹੈ, ਜੋ ਉਸ ਦੇ ਹੁਕਮ ਅੰਦਰ ਚੱਲਦਾ ਹੈ, ਜਿਸ ਦਾ ਜੀਵਨ ਸਿਰਫ ਤੇ ਸਿਰਫ ਉਸ ਦੇ ਗੁਣਾਂ ਨਾਲ ਭਰਿਆ ਹੈ, ਜੋ ਉਹਨਾਂ ਗੁਣਾਂ ਨੂੰ ਜੀ ਰਿਹਾ ਹੈ, ਉਸ ਮਨ ਦੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਜਿਵੇਂ ਗੁਰਬਾਣੀ ਵਿੱਚ ਬੜੀ ਵਾਰ ਆਇਆ ਹੈ ਕਿ ਭਗਤ ਵੀ ਉਸੇ ਦਾ ਹੀ ਰੂਪ ਹੋ ਜਾਂਦਾ ਹੈ, ਜਿਸ ਨੂੰ ਨਾ ਕਿਸੇ ਬੋਲ ਰਾਹੀਂ, ਨਾ ਕਿਸੇ ਲਿਖਤ ਰਾਹੀਂ, ਨਾ ਕਿਸੇ ਵਿਚਾਰ ਰਾਹੀਂ ਸਮਝਿਆ ਜਾ ਸਕਦਾ ਹੈ। ਉਸ ਨੂੰ ਸਮਝਣਾ ਹੈ ਤਾਂ ਉਸ ਅਵਸਥਾ ਤੱਕ ਸਾਨੂੰ ਜਾਣਾ ਹੀ ਪਏਗਾ, ਅਤੇ ਜਾਣਾ ਹੀ ਚਾਹੀਦਾ ਹੈ। ਗੁਰੂ ਸਾਹਿਬ ਨੇ ਬਾਣੀ ਇਸੇ ਕਰਕੇ ਤਾਂ ਉਚਾਰੀ ਹੈ, ਤਾਂ ਜੋ ਮਨ ਆਪਣੇ ਸਹੀ ਨਿਸ਼ਾਨੇ ਤੱਕ ਪਹੁੰਚ ਸਕੇ, ਮਨ ਉਸ ਇੱਕ ਨਾਲ ਮਿਲ ਕੇ ਇੱਕ ਹੋ ਸਕੇ, ਜਿਸ ਦੇ ਮਿਲਣ ਨਾਲ ਸਭ ਕੁਝ ਮਿਲ ਜਾਂਦਾ ਹੈ, ਜਿਸ ਦੇ ਮਿਲਣ ਨਾਲ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ। ਤਾਂ ਆਓ ਗੁਰੂ ਸਾਹਿਬ ਦੀ ਬਾਣੀ ਨੂੰ ਮਨ ਲਾ ਕੇ ਪੜ੍ਹੀਏ, ਸੁਣੀਏ, ਮੰਨੀਏ ਤੇ ਪਿਆਰ ਕਰੀਏ। ਤਾਂ ਅੰਤ ਵਿੱਚ ਇਸ ਪੂਰੀ ਵਿਚਾਰ ਲਈ, ਇਸ ਪਿਆਰੀ ਬਾਣੀ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।